ਕਰਨ ਦੇ ਫਲ ਕੀ ਹਨ? ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪਾਂ ਆਪਣੀ ਸੁਰਤੀ ਨੂੰ ਨਾ ਸੰਕੋਚ ਕੇ ਤੇ ਦਰਬਾਰ ਸਾਹਿਬ ਲੈ ਚਲੀਏ। ਸਾਨੂੰ ਆਪਣੇ ਆਪ ਹੀ ਜਵਾਬ ਮਿਲ ਜਾਏਗਾ ਸਾਰੇ ਦਾ ਸਾਰਾ, ਕਿ ਦਰਬਾਰ ਸਾਹਿਬ ਕੀਰਤਨ ਕਿਵੇਂ ਹੁੰਦਾ ਔਰ ਉਹਦਾ ਫਲ ਕਿੰਨਾ ਮਿੱਠਾ ਹੁੰਦਾ। ਦਰਬਾਰ ਸਾਹਿਬ ਜਿੰਨਾ ਵੀ ਕੀਰਤਨ ਹੁੰਦਾ ਆ, ਉਹ ਕੰਠ ਕੀਰਤਨ ਹੁੰਦਾ ਆ। ਉੱਥੇ ਕੋਈ ਵੀ ਆਦਮੀ ਡਿਸਪਲੇ ਦੇ ਉੱਤੇ ਜਾਂ ਕੰਪਿਊਟਰਸ ਦੇ ਉੱਤੇ ਜਾਂ ਪੋਥੀ ਦੇ ਉੱਤੋਂ ਕੀਰਤਨ ਨਹੀਂ ਕਰ ਸਕਦਾ। ਮਰਿਆਦਾ ਆ ਕਿ ਗੁਰਸਿੱਖ ਨੇ ਬਾਣੀ ਚੁਣ ਚੁਣ ਕੇ ਕੰਠ ਕਰਨੀ। ਸਭ ਤੋਂ ਵੱਡੀ, ਮੈਂ ਤੁਹਾਨੂੰ ਆਪਣੀ ਮਿਸਾਲ ਦਿੰਦਾ, ਜਦੋਂ ਸਾਨੂੰ ਫੜ ਲਿਆ ਤੇ ਕੈਂਪਾਂ ਦੇ ਵਿੱਚ ਸੀ, ਤੇ ਜਿਨ੍ਹਾਂ ਨੂੰ ਗੁਰਬਾਣੀ ਕੰਠ ਸੀ ਨਾ, ਉਹਨਾਂ ਦਾ ਤੇ ਨਿਤਨੇਮ ਹੋ ਜਾਇਆ ਕਰੇ, ਤੇ ਜਿਹੜੇ ਵਿਚਾਰੇ ਗੁਟਕੇ ਤੋਂ ਪਾਠ ਕਰਦੇ ਸੀ, ਉਹ ਨਿਤਨੇਮ ਕਿੱਥੋਂ ਕਰਨ? ਅੱਜ ਵੀ ਹਾਲਾਤ ਉਹੋ ਹੀ ਆ। ਕੋਈ ਪਤਾ ਨਹੀਂ ਸਾਡੇ ਨਾਲ ਕੀ ਭਾਣਾ ਵਰਤਣ ਵਾਲਾ ਆ, ਹਨਾ। ਅਗਲੇ ਸਵਾਸ ਦਾ ਪਤਾ ਹੀ ਨਹੀਂ ਸਾਨੂੰ। ਇਸ ਕਰਕੇ ਜਿਹੜੀ ਬਾਣੀ ਕੰਠ ਆ ਨਾ, ਉਹਦਾ ਹੀ ਲਾਭ ਆ। ਗੁਟਕੇ ਤੋਂ ਬਾਣੀ ਪੜ੍ਹਨੀ ਬਹੁਤ ਵਧੀਆ ਵਾ। ਇੱਕ ਗੁਰੂ ਮਹਾਰਾਜ ਦੇ ਨੇਤਰਾਂ ਨਾਲ ਦਰਸ਼ਨ ਕਰਨੇ ਆਪਾਂ ਬਾਣੀ ਦੇ, ਦੋ ਕੰਮ ਹੁੰਦੇ ਆ। ਦੂਸਰਾ, ਸਾਡਾ ਧਿਆਨ ਇੱਧਰ ਉੱਧਰ ਨਹੀਂ ਜਾਂਦਾ। ਤੇ ਤੀਸਰੀ ਗੱਲ, ਕਿ ਜੋ ਆਨੰਦ, ਜੋ ਸ਼ੁੱਧਤਾ ਆਪਾਂ ਨੂੰ ਗੁਟਕੇ ਸਾਹਿਬ ਤੋਂ ਆਉਂਦੀ ਹੈ, ਜੋ ਪ੍ਰੇਰਨਾ ਸਾਡੇ ਮਨ 'ਚ ਭਾਵਨਾ ਆਉਂਦੀ ਆ, ਉਹ ਉਸ ਤਰ੍ਹਾਂ ਨਹੀਂ ਆ ਸਕਦੀ। ਪਰ ਉਹ ਸਾਡੇ ਬਾਣੀ ਪੜ੍ਹਨ ਵਾਸਤੇ ਆ। ਜਿਹੜਾ ਕੀਰਤਨ ਕਰਨਾ ਅਸੀਂ, ਉਹ ਕੀਰਤਨ ਹਮੇਸ਼ਾ ਕੰਠ ਹੀ ਸੋਭਦਾ ਆ। ਇੱਕ ਤੇ ਉਹਦੇ ਨਾਲ ਸਾਡੀ ਸੁਰਤੀ ਬਿਰਤੀ ਇੱਧਰ ਉੱਧਰ ਨਹੀਂ ਜਾਂਦੀ। ਤੁਸੀਂ ਅੱਖਾਂ ਬੰਦ ਕਰਕੇ ਕੀਰਤਨ ਜਦੋਂ ਕਰਦੇ ਹੋ, ਮੈਨੂੰ ਇੱਕ ਗੱਲ ਯਾਦ ਆ ਗਈ। ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲੇ ਜਿਹੜੇ ਸੀਗੇ, ਉਹ ਗੱਲ ਸੁਣਾਉਂਦੇ ਹੁੰਦੇ ਸੀਗੇ। ਕਹਿੰਦੇ ਪਹਿਲੀ ਗੱਲ ਤੇ ਇਹ, ਜਿਹੜੇ ਸਾਡੇ ਲਾਂਗਰੀ ਸਿੰਘ ਆ ਨਾ, ਉਹ ਜੇ ਲੰਗਰ ਦੀ ਬੇਅਦਬੀ ਨਾ ਕਰਨ, ਉਹਨੂੰ ਲੰਗਰ ਨੂੰ ਨਾਲੀਆਂ ਵਿੱਚ ਨਾ ਰੋੜਨ, ਜੇ ਲੰਗਰ ਬਚ ਗਿਆ, ਉਹਨੂੰ ਪਸ਼ੂਆਂ ਨੂੰ, ਪੰਛੀਆਂ ਨੂੰ, ਜਿਵੇਂ ਕਿ ਉਹ ਕੁੱਤਿਆਂ ਨੂੰ ਔਰ ਕਬੂਤਰਾਂ ਨੂੰ, ਆਪਣੇ ਜਿੰਨੇ ਪ੍ਰਸ਼ਾਦੇ ਬਣਦੇ ਉਹਦਾ ਭੋਰਾ ਬਣਾ ਕੇ ਉਹ ਦੁੱਧ ਵਿੱਚ ਪਾ ਕੇ ਕਬੂਤਰਾਂ ਨੂੰ ਖਿਲਾਉਂਦੇ ਸੀ, ਕੁੱਤਿਆਂ ਨੂੰ ਰੋਟੀਆਂ ਪਾਉਂਦੇ ਸੀ। ਜੇਕਰ ਕਹਿੰਦੇ ਉਹ ਨਾ ਬੇਅਦਬੀ ਕਰਨ, ਤੇ ਉਹਨਾਂ ਦੀ ਅਵਸਥਾ ਸਾਧੂਆਂ ਮਹਾਤਮਾ ਵਾਲੀ, ਭਾਵੇਂ ਉਹਨਾਂ ਨੇ ਘੱਟ ਨਾਮ ਜਪਿਆ ਤਾਂ ਵੀ ਉਹਨਾਂ ਦੀ ਅਵਸਥਾ ਇੰਨੀ ਉੱਚੀ ਹੋ ਸਕਦੀ ਆ। ਕਿਉਂਕਿ ਉਹ ਜਿਹੜੇ ਸੰਗਤਾਂ ਕੀਰਤਨ ਦਾ ਆਨੰਦ ਮਾਣ ਰਹੀਆਂ ਨੇ, ਲਾਂਗਰੀ ਸਿੰਘ ਆਪਣਾ ਉਹ ਲੰਗਰ ਛਕਾ ਰਹੇ ਹੁਣ ਵੀ, ਤੇ ਉਹਨਾਂ ਦਾ ਜਿਹੜੀ ਸੇਵਾ ਕੀਤੀ ਹੋਈ ਆ, ਉਹ ਉਹਨਾਂ ਨੂੰ ਫਲ ਬਹੁਤ ਜ਼ਿਆਦਾ ਮਿਲਦਾ। ਇਸ ਕਰਕੇ ਜਿਹੜਾ ਵੀ ਲੰਗਰ ਤਿਆਰ ਕਰਦੇ ਨੇ, ਇਹ ਲਾਂਗਰੀ, ਕਹਿੰਦੇ ਉਹਨਾਂ ਨੂੰ ਦਰਗਾਹ ਵਿੱਚ ਕੋਈ ਡੱਕ ਨਹੀਂ, ਉਹ ਸਿੱਧੇ ਸੱਚਖੰਡ ਜਾ ਸਕਦੇ ਆ। ਦੂਸਰੀ, ਕਹਿੰਦੇ ਜਿਹੜੇ ਕੀਰਤਨੀ ਹਨ, ਇਹਨਾਂ ਨੂੰ ਵੀ ਕੋਈ ਰੋਕ ਨਹੀਂ। ਕਹਿੰਦੇ ਕਿਵੇਂ? ਕਹਿੰਦੇ ਜਿਹੜੇ ਕੀਰਤਨੀ ਹੈ ਨਾ, ਇਹ ਜੇ ਕਿਤੇ ਅੱਖਾਂ ਬੰਦ ਕਰਕੇ ਕੀਰਤਨ ਕਰਨ, ਤੁਸੀਂ ਹਰਿਮੰਦਰ ਸਾਹਿਬ ਜਿਹੜੇ ਰਾਗੀ ਵੀ ਕੰਠ ਕੀਰਤਨ ਔਰ ਅੱਖਾਂ ਬੰਦ ਕਰਕੇ ਕੀਰਤਨ ਕਰਦੇ, ਉਹਨਾਂ ਦਾ ਉਹ ਕੀਰਤਨ ਕਰਨ ਦੀ ਲੈ ਔਰ ਉਹਨਾਂ ਦਾ ਜੋ ਆਨੰਦ ਬਣਦਾ ਆ, ਉਹ ਤੁਸੀਂ ਆਪ ਮਹਿਸੂਸ ਕਰੋਗੇ। ਤੇ ਆਪਣੇ ਵੀ ਜਿਹੜੇ ਸਿੰਘ ਹੁਣ ਪੋਥੀਆਂ ਖੋਲਣ ਤੇ ਲੱਗੇ ਰਹਿੰਦੇ ਨੇ, ਜਿਨ੍ਹਾਂ ਨੇ ਇੱਕ ਸ਼ਬਦ ਵੀ ਪੜ੍ਹਨਾ ਹੁੰਦਾ, ਮਾਫ ਕਰਨਾ, ਜਿਹੜੇ ਸਿੰਘ ਕੀਰਤਨੀ ਹੈ ਨਾ, ਜਿਹੜੇ ਵੱਡੇ ਵੱਡੇ ਕੀਰਤਨੀ ਹੈ, ਜਿੱਦਾਂ SDO ਸਾਹਿਬ ਸੀਗੇ,
ਜਾਂ ਹੋਰ ਜਿੰਨੇ ਵੀ ਜਿਨ੍ਹਾਂ ਨੇ ਘੰਟਿਆਂ ਬੱਧੀ ਦਾਸ ਨੇ 5.5 ਘੰਟੇ ਭਾਈ ਮਹਿੰਦਰ ਸਿੰਘ ਦਾ ਐਟ ਏ ਸਟੈਚ ਕੀਰਤਨ ਸੁਣਿਆ। ਹੁਣ 5.5 ਘੰਟੇ ਜਿਹੜੀ ਬਾਣੀ ਆ ਉਹ ਕਿਸੇ ਆਦਮੀ ਨੂੰ ਵਿੱਚੋਂ ਹੈਲਪ ਲੈਣੀ ਪੈ ਸਕਦੀ ਆ, ਵੈਸੇ ਨਹੀਂ। ਵੈਸੇ ਤੇ ਜਿਹੜਾ ਕੀਰਤਨ ਕੰਠ ਆ ਉਹਦਾ ਹੀ ਆਨੰਦ ਆ, ਉਹਦਾ ਹੀ ਫਲ ਹੈ। ਔਰ ਫਲ ਆਦਮੀ ਨੂੰ ਜਿਹੜਾ ਖਾਂਦਾ ਆ ਨਾ, ਐਸਾ ਜਿਹੜੇ ਕੀਰਤਨ ਕਰਦੇ ਆ ਕੰਠ। ਇੱਕ ਵਾਰ ਸਾਡੇ ਇੱਥੇ ਜਲੰਧਰ ਦੇ ਲਾਗੇ ਹੀ ਇੱਕ ਰੈਣ ਸਬਾਈ ਸੀ, ਤੇ ਉੱਥੇ ਇੱਕ 14-15 ਸਾਲ ਦਾ ਬੱਚਾ ਸੀ, ਉਹਨੂੰ ਬਾਣੀ ਬਹੁਤ ਕੰਠ ਸੀ। ਤੇ ਉੱਥੇ ਉਹਨਾਂ ਨੇ ਇੱਕ ਇਹ ਗੱਲ ਸਾਰੇ ਪ੍ਰਬੰਧਕਾਂ ਨੇ ਕੀਤੀ ਕਿ ਅੱਜ ਸਾਰੇ ਕੀਰਤਨੀਆਂ ਨੂੰ ਬੇਨਤੀ ਆ ਉਹ ਕੰਠੀ ਕੀਰਤਨ ਕਰਨ ਜਿੰਨਾ ਕਰਨ। ਤੇ ਕੰਠ ਕੀਰਤਨ ਕਰਨ ਵਾਲੇ ਤਿੰਨ ਸਿੰਘ ਸੀ ਕੇਵਲ। ਉਹ ਤਿੰਨਾਂ ਨੇ ਹੀ ਸਾਰੀ ਰਾਤ ਕੀਰਤਨ 8, 9, 10 ਘੰਟੇ ਕੀਰਤਨ ਕੀਤਾ। ਇਹ ਗੁਰੂ ਦੀ ਕਲਾ ਆ। ਔਰ ਜਿੰਨਾ ਉਸ ਰੈਣ ਸਬਾਈ ਵਿੱਚ ਆਨੰਦ ਆਇਆ, ਉਹ ਅੱਗੋਂ ਪਿੱਛੋਂ ਉਹਨਾਂ ਆਨੰਦ ਨਹੀਂ ਮਿਲਿਆ। ਕਿ ਗੁਰੂ ਦਾ ਹੁਕਮ ਆ। ਇਹ ਰਹਿਤਨਾਮਿਆਂ ਦੇ ਵੀ ਲਫ਼ਜ਼ ਨੇ ਕਿ ਬਾਣੀ ਕੰਠ ਕਰਨੀ, ਔਰ ਸਿਆਣਿਆਂ ਦੇ ਵੀ ਇਹ ਬਚਨ ਨੇ, ਪੈਸਾ ਗੰਠ ਬਾਣੀ ਕੰਠ। ਇਸ ਕਰਕੇ ਜਿਹੜਾ ਕੰਠ ਬਾਣੀ ਨਿਤਨੇਮ, ਜਿੰਨਾ ਵੀ ਆਪਾਂ ਨੂੰ ਆਪਣੇ ਹਾਲਾਤਾਂ ਦਾ ਕੋਈ ਪਤਾ ਨਹੀਂ ਹੈ। ਹੁਣ ਇੱਥੇ ਸਿੰਘ ਜਿਵੇਂ ਹੁਣ ਲਾਂਗਰੀ ਸਿੰਘ ਆ, ਜੇ ਉਹਨਾਂ ਨੂੰ ਬਾਣੀ ਕੰਠ ਹੋਏਗੀ ਤਾਂ ਉਹ ਬਾਣੀ ਆਪਣੀ ਨਾਲ ਸੇਵਾ ਦੇ ਨਾਲ ਬਾਣੀ ਵੀ ਪੜ੍ਹ ਸਕਦੇ ਆ। ਉਹਨਾਂ ਦੇ ਦੋ ਕੰਮ ਹੋਣੇ ਆ, ਇੱਕ ਉਹਨਾਂ ਦੇ ਹੱਥ ਪੈਰ ਸਫਲੇ ਹੋਣੇ ਸੇਵਾ ਕਰਕੇ, ਔਰ ਜਿਹੜੀ ਸਾਡੀ ਜੇਬ ਆ ਸੁੱਚੀ ਪਈ ਰਸਨਾ ਨਾਮ ਕਹਿਤ ਗੋਬਿੰਦ ਕਾ, ਉਹ ਉਹਨਾਂ ਦੀ ਰਸਨਾ ਵੀ ਸੁੱਚੀ ਹੋਣੀ ਹੈ। ਇਸ ਕਰਕੇ ਗੁਰਬਾਣੀ ਕੰਠ ਹੀ ਜ਼ਿਆਦਾ ਕਰਨੀ ਚਾਹੀਦੀ ਆ ਸਾਨੂੰ, ਇਹਦਾ ਫਲ ਬਹੁਤ ਆ। ਔਰ ਅਸੀਂ ਇਹ ਗੱਲ ਮਹਿਸੂਸ ਕੀਤੀ ਆ ਕਿ ਬਾਣੀ ਜਿੰਨੇ ਵੀ ਕੰਠ ਸਿੰਘ ਨੂੰ ਹੋਵੇ ਓਨਾ ਹੀ ਉਹ ਲਾਭ ਆ। ਨਹੀਂ ਤੇ ਇਹੋ ਜਿਹੀਆਂ ਜੇਲ੍ਹਾਂ ਵਿੱਚ ਸਮਾਂ ਨਹੀਂ ਪਾਸ ਹੁੰਦਾ, ਜਿੱਥੇ ਇੱਕ ਰਿਜ਼ਮ ਵੀ ਚਾਨਣ ਦੀ ਨਹੀਂ ਆ ਸਕਦੀ। 11 ਦਿਨ ਸਾਨੂੰ ਉਹਨਾਂ ਚੱਕੀਆਂ ਦੇ ਵਿੱਚ ਰੱਖਿਆ ਗਿਆ, ਜਿੱਥੇ ਸੂਰਜ ਦੀ ਕਿਰਨ ਨਹੀਂ ਪ੍ਰਵੇਸ਼ ਕਰ ਸਕਦੀ। ਸਿਰਫ ਪ੍ਰਸ਼ਾਦਾ ਦੇਣ ਵਾਸਤੇ 6 ਇੰਚੀ ਬਾਈ 8 ਇੰਚੀ ਦਾ ਇੱਕ ਹੋਲ ਸੀ, ਉਹਨੂੰ ਪੱਤਰੀ ਨੂੰ ਪਾਸੇ ਕਰਕੇ ਉਦੋਂ ਥਾਣੀ ਪ੍ਰਸ਼ਾਦਾ ਫੜਾਉਣਾ, ਤੇ ਨਾਲ ਹੀ ਉਹ ਇਸ ਤਰ੍ਹਾਂ ਦੀ ਇੱਕ ਪੀਕ ਜੀ ਹੁੰਦੀ ਸੀ, ਉਹਦੇ ਨਾਲ ਦਾਲ ਬਾਟੇ 'ਚ ਪਾ ਦੇਣੀ। ਜੇ ਉੱਥੇ ਬਾਣੀ ਕੰਠ ਨਾ ਹੁੰਦੀ ਤੇ ਅਸੀਂ ਆਪਣਾ ਉੱਥੇ ਟਾਈਮ ਪਾਸ ਨਹੀਂ ਸੀ ਕਰ ਸਕਦੇ। ਇਸ ਕਰਕੇ ਬਾਣੀ ਕੰਠ ਕਰਨੀ ਬਹੁਤ ਜ਼ਰੂਰੀ ਆ। ਔਰ ਸਾਰਿਆਂ ਨੂੰ ਸਾਨੂੰ ਘੱਟੋਂ ਘੱਟ ਨਿਤਨੇਮ ਸੁਖਮਨੀ ਸਾਹਿਬ, ਹੁਣ ਜਿਹੜੇ ਕੀਰਤਨ ਕਰਦੇ ਆ ਆਸਾ ਦੀ ਵਾਰ ਦਾ, ਤੇ ਉੱਥੇ ਦਰਬਾਰ ਸਾਹਿਬ ਜਿਹਨਾਂ ਟੈਸਟ ਦੇਣਾ ਹੁੰਦਾ ਨਾ, ਜਿਹੜੇ ਜੋੜੀ ਵਾਲੇ ਨੇ, ਜੋੜੀ ਵਜਾਉਣ ਵਾਲੇ, ਉਹਨੇ ਪੌੜੀਆਂ ਗਾਇਨ ਕਰਨੀਆਂ ਹੁੰਦੀਆਂ ਬਾਅਦ ਵਿੱਚ ਜਦੋਂ ਸ਼ਲੋਕ ਪੂਰਾ ਹੁੰਦਾ। ਤੇ ਉਹ ਜੇ ਕੰਠ ਨਹੀਂ ਹੋਏਗੀ ਤੇ ਉਹ ਜੋੜੀ ਵਾਲੇ ਨੂੰ ਜੋੜੀ ਦੀ ਸੇਵਾ ਨਹੀਂ ਮਿਲ ਸਕਦੀ, ਜਿਹਨੂੰ ਆਸਾ ਦੀ ਵਾਰ ਕੰਠ ਨਹੀਂ ਹੈਗੀ। ਇਸ ਕਰਕੇ ਬਾਣੀ ਕੰਠ ਕਰਨੀ ਬਹੁਤ ਜ਼ਰੂਰੀ ਆ। ਸਾਨੂੰ ਸਾਰਿਆਂ ਨੂੰ ਜਿੰਨੀ ਵੀ ਵੱਧ ਤੋਂ ਵੱਧ ਬਾਣੀ ਜਿਹੜੀ ਆ ਉਹ ਕੰਠ ਹੋਣੀ ਚਾਹੀਦੀ ਆ। ਜੀਵਨ ਤਾਂ ਹੀ ਆ, ਬਾਣੀ ਦੇ ਨਾਲ ਅਸੀਂ ਤਾਂ ਲੱਗ ਕੇ ਹੀ ਆਪਣਾ ਜੀਵਨ ਬਣਾ ਸਕਦੇ ਆ। ਜੇ ਬਾਣੀ ਨਹੀਂ ਤੇ ਫਿਰ ਕੁਛ ਵੀ ਨਹੀਂ। ਬਾਣਾ ਪਾਇਆ ਇਕੱਲਾ ਕੁਛ ਨਹੀਂ ਕਰਦਾ। ਜਿਨ੍ਹਾਂ ਨੇ ਬਾਣਾ ਪਾਇਆ ਮੁਬਾਰਕ ਆ, ਬਾਣਾ ਵੀ ਸਾਡਾ ਆਇਡੈਂਟੀਫਿਕੇਸ਼ਨ ਆ। ਪਰ ਜੇ ਬਾਣੀ ਨਹੀਂ ਤੇ ਫਿਰ ਬਾਣਾ ਭੇਖ ਆ। ਫਿਰ ਗੁਰੂ ਸਾਹਿਬ ਸਾਨੂੰ ਪੁੱਛਣਗੇ ਤੇ ਤੁਸੀਂ ਬਾਣੀ ਤੇ ਅੰਦਰ ਤੁਹਾਡੇ ਨਹੀਂ ਹੈਗੀ ਤੇ ਇਕੱਲਾ ਬਾਣਾ ਹੀ ਹੈ। ਮੈਨੂੰ ਗੱਲ ਯਾਦ ਆ ਗਈ, ਬਾਪੂ ਅਵਤਾਰ ਸਿੰਘ ਜੀ ਖੁੱਡੇ ਕਰਾਲੇ ਵਾਲੇ ਜਿਹੜੇ ਸੀਗੇ, ਸ਼ਹੀਦ ਹੋ ਗਏ 78 ਵਿੱਚ। ਉਹ ਰਸਤੇ ਵਿੱਚ ਜਾ ਰਹੇ ਸੀ ਤੇ ਉੱਥੇ ਬੱਚੇ ਜਿਹੜੇ ਸੀਗੇ 2-3 ਪਿੰਡਾਂ ਦੇ ਪਸ਼ੂ ਚਾਰਦੇ ਸੀ, ਕਾਫੀ ਪਸ਼ੂਆਂ ਦਾ ਇਕੱਠ ਹੁੰਦਾ ਸੀ। ਤੇ
ਉਹਨਾਂ ਬੱਚਿਆਂ ਦਾ ਇੱਕ ਸਵਾਲ ਕਿਸੇ ਨੇ ਹੱਲ ਨਹੀਂ ਸੀ ਕੀਤਾ। ਉਹਨਾਂ ਦਾ ਸਵਾਲ ਕੀ ਸੀ? ਉਹ ਬਾਪੂ ਜੀ ਨੂੰ ਕਹਿਣ ਲੱਗੇ ਵੀ ਤੁਸੀਂ ਨਿਹੰਗ ਸਿੰਘ, ਬਾਪੂ ਜੀ ਨਿਹੰਗ ਸਿੰਘ ਦੇ ਬਾਣੇ 'ਚ ਰਹਿੰਦੇ ਸੀਗੇ। ਉਹਨਾਂ ਦੇ ਕੋਲ ਜਿਸ ਤਰ੍ਹਾਂ ਭਾਈ ਸਾਹਿਬ ਨੇ ਉਹ ਸੂਆ ਫੜਿਆ ਹੁੰਦਾ ਨਾ ਸੋਟੀ, ਇਸ ਤਰ੍ਹਾਂ ਦੀ ਉਹਨਾਂ ਕੋਲ ਸੋਟੀ ਹੁੰਦੀ ਸੀ। ਉਹਨੇ ਕਹਿੰਦੇ ਬਾਪੂ ਜੀ ਸਾਡਾ ਇੱਕ ਸਵਾਲ ਆ, ਅੱਜ ਤੱਕ ਕਿਸੇ ਨੇ ਜਵਾਬ ਨਹੀਂ ਦਿੱਤਾ। ਕਹਿੰਦੇ ਦੱਸੋ ਕੀ ਸਵਾਲ ਤੁਹਾਡਾ? ਕਹਿੰਦੇ ਇਹ ਦੱਸੋ ਵੀ ਨਿਹੰਗ ਚੋਰੀ ਕਰ ਲੈਂਦੇ? ਬਾਪੂ ਜੀ ਕਹਿੰਦੇ ਵੀ ਜਦੋਂ ਇਹ ਸਵਾਲ ਕੀਤਾ ਮੇਰਾ ਵੀ ਬਾਣਾ ਨਿਹੰਗਾਂ ਵਾਲਾ ਸੀ। ਜੇ ਮੈਂ ਕਹਿਣਾ ਕਿ ਨਿਹੰਗ ਚੋਰੀ ਨਹੀਂ ਕਰਦੇ ਤੇ ਇਹਨਾਂ ਨੇ ਕਹਿਣਾ ਸਾਡੇ ਦੇ ਪੱਠੇ ਨਿਹੰਗ ਵੱਢ ਕੇ ਲੈ ਜਾਂਦੇ ਨੇ ਰੋਜ਼, ਸਾਡੇ ਆ ਫਸਲਾਂ ਵੀ ਉਜਾੜ ਜਾਂਦੇ ਨੇ। ਤੇ ਜੇ ਮੈਂ ਕਹਿੰਦਾ ਨਿਹੰਗ ਚੋਰੀ ਕਰ ਲੈਣ ਤੇ ਮੈਂ ਚੋਰਾਂ 'ਚ ਸ਼ਾਮਲ ਹੋ ਜਾਂਦਾ। ਮੇਰਾ ਬਾਣਾ ਨਿਹੰਗਾਂ ਸਿੰਘਾਂ ਵਾਲਾ, ਕੀ ਕਰਾਂ? ਤੇ ਕਹਿੰਦੇ ਵੀ ਮੈਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਮਨ ਹੀ ਮਨ ਵਿੱਚ ਕਿ ਜੇ ਇਹਨਾਂ ਬੱਚਿਆਂ ਨੂੰ ਜਵਾਬ ਨਾ ਦਿੱਤਾ ਤੇ ਇਹਨਾਂ ਨੇ ਇਹ ਸਮਝਣਾ ਆ ਕਿ ਇਹ ਨਿਹੰਗ ਇਸ ਤਰ੍ਹਾਂ ਦੇ ਹੁੰਦੇ ਜੇ ਅਸੀਂ ਸੋਚਦੇ ਹਾਂ। ਮੈਂ ਕਿਹਾ ਮੈਨੂੰ ਤੁਹਾਡੇ ਸਵਾਲ ਦੀ ਸਮਝ ਨਹੀਂ ਲੱਗੀ, ਇੱਕ ਸਵਾਲ ਫਿਰ ਦੁਹਰਾ। ਬਾਪੂ ਜੀ ਸਵਾਲ ਤੇ ਸਿੱਧਾ ਹੀ ਆ ਸਾਡਾ ਕਿ ਇਹ ਦੱਸੋ ਵੀ ਨਿਹੰਗ ਚੋਰੀ ਕਰ ਲੈਂਦੇ ਕਿ ਨਹੀਂ ਕਰਦੇ? ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਨਹੀਂ ਨਿਹੰਗ ਚੋਰੀ ਨਹੀਂ ਕਰਦੇ। ਕਹਿੰਦੇ ਉਹ ਕਿਸ ਤਰ੍ਹਾਂ? ਇਹ ਤੇ ਸਵਾਲ ਉਦੋਂ ਦਾ ਜਵਾਬ ਦੇ ਦੇਣਾ ਸੀ, ਪਰ ਉਹ ਕੁਛ ਕਹਿਣ ਲੱਗੇ। ਉਹਨਾਂ ਨੇ ਇਹੋ ਹੀ ਕਹਿਣਾ ਸੀ ਸਾਡੇ ਪੱਠੇ ਵੱਢਦੇ ਆ ਜਾਂ ਇਹ ਸਾਡੀ ਚੋਰੀ ਕਰਕੇ ਲੈ ਜਾਂਦੇ ਆ। ਮੈਂ ਕਿਹਾ ਨਹੀਂ 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 ਨਹੀਂ, ਨਿਹੰਗ ਸਿੰਘ ਚੋਰੀ ਨਹੀਂ ਕਰਦੇ। ਕਈਆਂ ਚੋਰਾਂ ਨੇ ਨਿਹੰਗਾਂ ਵਾਲੇ ਬਾਣੇ ਪਾ ਲਏ ਨੇ, ਬਾਣਾ ਬਦਨਾਮ ਕਰ ਦਿੱਤਾ। ਇਹ ਸਾਡੇ ਵਿੱਚ ਬਹੁਤ ਭੇਖ ਕਰਕੇ ਲੋਕੀ ਇਸ ਭੇਖ ਦੇ ਰਾਹੀਂ ਐਂਟਰ ਕਰ ਲੈਂਦੇ ਨੇ, ਔਰ ਉਹਦਾ ਨੁਕਸਾਨ ਪਤਾ ਕੀ ਹੁੰਦਾ? ਉਹਨਾਂ ਦੀਆਂ ਹਰਕਤਾਂ ਜਿਹੜੀਆਂ ਵਾ ਉਹ ਗੁਰਮੁਖਾਂ ਵਾਲੀਆਂ ਨਹੀਂ ਹੁੰਦੀਆਂ। ਉਹ ਅੰਦਰ ਜੋ ਜੀ ਹੋਏ ਸੋ ਉਗਵੇ, ਉਹ ਉਗਵਦਾ ਆ, ਉਹ ਪੌਦਾ ਬਣਦਾ ਆ, ਉਹਦੇ ਫਲ ਕੌੜੇ ਲੱਗਦੇ ਨੇ। ਔਰ ਫਿਰ ਜਦੋਂ ਉਹਦੇ ਵਿੱਚ ਸਾਰੀ ਸਿੱਖ ਕੌਮ ਜਿਹੜੀ ਉਹ ਬਦਨਾਮ ਹੁੰਦੀ ਹੈ। ਇਸ ਕਰਕੇ ਜਿਹੜਾ ਵੀ ਗੁਰਮੁਖ ਪਿਆਰਾ ਬਾਣਾ ਤੇ ਬਾਣੀ, ਬਾਣੀ ਕੰਠ ਹੋਵੇ, ਬਾਣਾ ਹੋਏ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਫਿਰ ਉਹਦੀ ਗੁਰੂ ਬੌੜੀ ਕਰਦਾ, ਗੁਰੂ ਭੇਖ ਦੀ ਕਦੀ ਬੌੜੀ ਨਹੀਂ ਜੇ ਕਰਦਾ। ਮਸੰਦਾਂ ਦਾ ਹਾਲ ਤੁਸੀਂ ਸੁਣਿਆ ਹੋਣਾ, ਮਸੰਦ ਵੀ ਤੇ ਗੁਰਮੁਖੀ ਬਾਣੀ 'ਚ ਸੀਗੇ। ਉਹਨਾਂ ਮਸੰਦਾਂ ਨੂੰ ਸੱਚੇ ਪਾਤਸ਼ਾਹ ਤੀਜੇ ਪਾਤਸ਼ਾਹ ਨੇ ਮੰਜੀਆਂ ਵੀ ਬਖਸ਼ੀਆਂ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਆਨੰਦਪੁਰ ਸਾੜਿਆ ਵੀ ਮਸੰਦਾਂ ਨੂੰ, ਜਿਨ੍ਹਾਂ ਨੇ ਗੁਰੂ ਕਾ ਬਾਣਾ ਬਦਨਾਮ ਕੀਤਾ। ਇਸ ਕਰਕੇ ਬਾਣੀ ਤੇ ਬਾਣਾ ਦੋਨੋਂ ਜ਼ਰੂਰੀ ਨੇ, ਔਰ ਬਾਣੀ ਕੰਠ ਜਿਹੜੀ ਆ ਉਹੀ ਸਾਡੇ ਫਲਦਾਇਕ ਆ। ਬਾਕੀ ਮਰਿਆਦਾ ਮੁਤਾਬਕ ਸ਼੍ਰੀ ਦਰਬਾਰ ਸਾਹਿਬ ਜਾਂ ਸਾਡੇ ਜਥੇ ਵਿੱਚ ਵੀ ਪਹਿਲਾਂ ਸਾਡੇ ਗੁਰਦਾਸਪੁਰ ਜਥਾ ਜਿਹੜਾ ਸੀ, ਖਾਸ ਕਰਕੇ ਭਾਈ ਗੋਪਾਲ ਸਿੰਘ, ਮਾਸਟਰ ਨੰਜਨ ਸਿੰਘ ਜੀ, ਔਰ ਜਿੰਨੇ ਵੀ ਹੋਰ ਵੀ ਗੁਰਮੁਖ ਪਿਆਰੇ, ਭਾਈ ਦਲਜਿੰਦਰ ਸਿੰਘ ਪਟਿਆਲੇ ਵਾਲੇ ਜਿਹੜੇ ਆਉਂਦੀ ਚੜ੍ਹਾਈ ਕਰ ਗਏ ਨੇ, ਬਾਪੂ ਆਤਮਾ ਸਿੰਘ ਜੀ, ਉਹਨਾਂ ਨੂੰ ਪੋਥੀ ਦਾ ਖਿਤਾਬ ਮਿਲਿਆ ਸੀ। ਪੋਥੀ ਦਾ ਖਿਤਾਬ ਕਿਉਂ ਮਿਲਿਆ ਸੀ? ਜੇ ਉਹਨਾਂ ਦੀ ਬਾਣੀ ਕੰਠ ਸੀ। ਇਸ ਕਰਕੇ ਇੱਕ ਵਾਰਾਂ ਦੀ ਗਾਥਾ ਆਉਂਦੀ ਆ ਵੀ ਭਾਈ ਸਾਹਿਬ ਕੀਰਤਨ ਕਰ ਰਹੇ ਸੀਗੇ ਸੀਸਗੰਜ ਸਾਹਿਬ, ਤੇ ਬਾਪੂ ਆਤਮਾ ਸਿੰਘ ਜੀ ਉੱਠ ਕੇ ਗਏ ਕਿਤੇ, ਤੇ ਭਾਈ ਸਾਹਿਬ ਕੀਰਤਨ ਕਰਦੇ ਕਰਦੇ ਪੰਕਤੀ ਵਿਸਰ ਗਈ, ਤੇ ਭਾਈ ਸਾਹਿਬ ਨੇ ਉਸ ਪੰਕਤੀ ਨੂੰ ਨਾ ਰੈਪੀਟੇਸ਼ਨ ਹੋਈ, ਤੇ ਬਾਪੂ ਜੀ ਨੂੰ ਪਤਾ ਲੱਗ ਗਿਆ ਕਿ ਅੱਗੇ ਬਾਣੀ ਨਹੀਂ ਚੱਲ ਰਹੀ, ਕਿ ਬਾਣੀ ਭੁੱਲ ਗਈ। ਭੁੱਲਣਾ ਤੇ ਕੋਈ ਵੀ ਭੁੱਲ ਸਕਦਾ ਹੈ। ਉੱਥੋਂ ਭੱਜੇ ਛੱਡ ਕੇ ਤੇ ਪੌੜੀਆਂ ਚੜ੍ਹਦਿਆਂ ਸੀਸਗੰਜ ਸਾਹਿਬ ਦੀਆਂ ਉਹ ਪੰਕਤੀ ਅਗਲੀ ਬੋਲ ਦਿੱਤੀ। ਕੀਰਤਨ ਚੱਲ ਪਿਆ।
ਕਹਿਣ ਦਾ ਭਾਵ ਇਹ ਆ ਕਿ ਬਾਣੀ ਕੰਠ ਜ਼ਰੂਰੀ ਆ ਹਰ ਸਿੱਖ ਨੂੰ। ਹੁਣ ਜੇ ਮੈਂ ਤੁਹਾਨੂੰ ਇੱਥੇ ਆ ਸਾਡੇ ਵਿੱਚ ਹੀ ਮਿਸਾਲ ਆ, ਭਾਈ ਸਰਜੀਤ ਸਿੰਘ ਜੀ ਜਿੰਨਾ ਤੁਹਾਨੂੰ ਵਿਖਿਆਨ ਕਰਦੇ ਆ, ਜਾਂ ਹਰਮਨ ਜੀ, ਜਾਂ ਗਿਆਨੀ ਕੁਲਵਿੰਦਰ ਸਿੰਘ ਜੀ, ਜੇ ਇਹਨਾਂ ਨੂੰ ਬਾਣੀ ਕੰਠ ਨਾ ਹੋਵੇ ਤੇ ਤੁਹਾਡੇ ਸਵਾਲਾਂ ਨੂੰ ਜਵਾਬ ਦੇ ਹੀ ਨਹੀਂ ਸਕਦੇ। ਬਾਣੀ ਦੇ ਵਿੱਚੋਂ ਹੀ ਜਵਾਬ ਦੇਣਾ ਨਾ, ਬਾਣੀ ਅਨੁਸਾਰ ਹੀ ਦੇਣਾ ਨਾ। ਇਸ ਕਰਕੇ ਬਾਣੀ ਕੰਠ ਕਰਨੀ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਸਮਾਪਤੀ ਹੈ ਹੁਣ। ਮੈਂ ਕੈਂਪ ਤੋਂ ਉੱਥੋਂ ਖੰਡੂਰ ਸਾਹਿਬ ਕੈਂਪ ਲੱਗਿਆ ਸੀ ਬੱਚਿਆਂ ਦਾ, ਉੱਥੇ ਗਿਆ ਸੀ ਮੈਂ, ਤੇ ਉੱਥੇ ਇੱਕ ਸਿੰਘ ਦੇ ਦਰਸ਼ਨ ਹੋਏ ਸੀ, ਨਕੋਦਰ ਦੇ ਨੇ, ਪ੍ਰਿੰਸੀਪਲ ਨੇ ਕਾਲਜ 'ਚ। ਤੇ ਉਹਨਾਂ ਨੂੰ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਯਾਦ ਹੈ, ਸਾਰਾ ਹੀ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਮੂੰਹ ਜ਼ਬਾਨੀ ਯਾਦ। ਮੈਨੂੰ ਉਹਨਾਂ ਦੇ ਦਰਸ਼ਨ ਕਰਾਏ, ਮੈਨੂੰ ਉਹਨਾਂ ਨੇ ਇੰਟਰੋਡਕਸ਼ਨ ਕਰਾਈ, ਉਹਨਾਂ ਮੈਨੂੰ ਗਲੇ ਲਾਇਆ, ਮੈਨੂੰ ਨਾ ਮੇਰੇ ਵੱਡੇ ਭਾਗ ਹੋ ਗਏ ਉਹਨਾਂ ਦੇ ਗਲੇ ਲੱਗ ਕੇ। ਤੇ ਤੁਸੀਂ ਦੇਖ ਲਓ ਆਪਾਂ ਕੰਠ ਕਰਨੀ ਚਾਹੀਦੀ ਕਿ ਨਹੀਂ, ਇਹ ਤੁਸੀਂ ਹਿਸਾਬ ਲਾ ਲਓ ਕੰਠ ਕਰਨੀ ਚਾਹੀਦੀ ਕਿ ਨਹੀਂ। ਜੇ ਇੱਕ ਸਿੱਖ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਹੀ ਕੰਠ ਕਰ ਲਿਆ ਤੇ ਆਪਾਂ ਪੁੱਛੀ ਜਾਂਦੇ ਹਾਂ ਬਾਣੀ ਕੰਠ ਕਰਨੀ ਕਿ ਨਹੀਂ ਕਰਨੀ। ਬਾਣੀ ਗੁਰੂ ਹੈ, ਤੇ ਜਿੰਨੀ ਤੁਹਾਨੂੰ ਕੰਠ ਹੋਏਗੀ ਉਨਾ ਹੀ ਗੁਰੂ ਤੁਹਾਡੇ ਕੋਲ ਜ਼ਿਆਦਾ ਹੈ।